ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਟਕਾ ਇਕ ਤਰਫਤ ਰਹਿਓ, ਗੁਰ ਦਰੋਹੀ ਮ੍ਰਿਤ ਪਾਏ। ਜੇਠੇ ਕਹਿਓ ਚੰਡਾਲ ਸੋ, ਲਿਹੋ ਐਂਚ ਗਹਿ ਪਾਏ। ਕਟਕਾ ਇਕ ਤਰਫਤ ਰਹਿਓ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਨ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਦੁਸ਼ਟ ਪਾਪੀ ਚੰਦੂ ਨੂੰ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰਿਆ, ਨਰਕਾਂ ਦੀ ਸਜ਼ਾ ਦਿੱਤੀ ਸੱਚੇ ਪਾਤਸ਼ਾਹ ਨੇ, ਉਹ ਆਪ ਜੀ ਨੇ ਕਥਾ ਸੁਣੀ ਜੀ। ਸੰਗਤ ਜੀ, ਕੁਝ ਬੰਦੇ ਤੇ ਮਰਨ ਤੋਂ ਬਾਅਦ ਨਰਕ ਭੋਗਦੇ ਆ। ਚੰਦੂ ਦੀ ਤੁਸੀਂ ਕਥਾ ਸੁਣੀ ਹੈ। ਚੰਦੂ ਨੇ ਜੀਂਦਿਆਂ ਜੀ ਬੜਾ ਨਰਕ ਭੋਗਿਆ ਜੀ, ਜੀਂਦਿਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਜੀਵਤ ਰਹਿੰਦਿਆਂ ਬਹੁਤ ਨਰਕ ਭੋਗਿਆ। 1 ਮਹੀਨਾ ਲਗਭਗ ਉਹਨੂੰ ਜੁੱਤੀਆਂ ਹੀ ਵੱਜਦੀਆਂ ਰਹੀਆਂ ਜੀ। ਕੱਲ ਤੁਸੀਂ ਸੁਣਿਆ ਭਾਈ, ਵਾਹਿਗੁਰੂ ਪਰਸੋਂ ਸੁਣਿਆ ਸੀਗਾ, ਭਾਈ ਜੇਠਾ ਜੀ ਨੇ ਮਹਾਰਾਜ ਕੋਲੋਂ ਆਗਿਆ ਮੰਗੀ, ਸੱਚੇ ਪਾਤਸ਼ਾਹ ਨੂੰ ਲਾਹੌਰ ਦੇ ਬਾਜ਼ਾਰਾਂ ਵਿੱਚ ਫਿਰਾਇਆ ਜਾਵੇ। ਇਸੇ ਥਾਂ ਤੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਇਹਨੇ ਬਹੁਤ ਜ਼ਿਆਦਾ ਅੱਤ ਚੁੱਕੀ ਸੀਗੀ। ਸੱਚੇ ਪਾਤਸ਼ਾਹ ਕਹਿੰਦੇ ਠੀਕ ਹੈ, ਪਰ ਜ਼ਿਆਦੀਆਂ ਨਾ ਮਾਰਿਓ, ਕਿਤੇ ਮਾਰੀ ਨਾ ਜਾਵੇ ਜੀ। ਉਸੇ ਹੀ ਲਾਹੌਰ ਦੇ ਬਾਜ਼ਾਰ ਦੇ ਵਿੱਚ ਇਸ ਦੁਸ਼ਟ ਨੂੰ ਫਿਰ ਕੁੱਤੇ ਦੀ ਤਰ੍ਹਾਂ ਘੁਮਾਇਆ ਗਿਆ
ਸਾਰੀ ਕਥਾ ਤੁਸੀਂ ਸੁਣ ਲਈ ਹੈ ਜੀ। ਬਹੁਤ ਬੁਰਾ ਹਾਲ ਹੋਇਆ। ਅਖੀਰ ਤੇ ਮਰਿਆ ਕਿਵੇਂ ਹੈ ਸੰਗਤ ਜੀ, ਉਹ ਵੀ ਤੁਸੀਂ ਸੁਣਿਆ ਜੀ। ਉਸੇ ਹੀ ਪਠਿਆਰੇ ਵਾਲੇ ਨੇ, ਪੱਠੇ ਵਾਲੇ ਨੇ, ਜਿਹਦੇ ਕੋਲੋਂ ਸਤਿਗੁਰਾਂ ਦੇ ਸੀਸ 'ਚ ਇਹਨੇ ਰੇਤਾ ਪਵਾਇਆ ਸੀ, ਉਹ ਆਇਆ। ਉਹ ਕਹਿੰਦਾ ਰੁਕ ਜਾਓ, ਮੈਂ ਇਹਦੇ ਨਾਲ ਆਪਣਾ ਹਿਸਾਬ ਕਿਤਾਬ ਕਰਨਾ ਹੈ। ਉਹਨੇ ਕੜਛਾ ਇਹਦੇ ਢਿੱਡ 'ਚ ਮਾਰ ਕੇ ਅੰਦਰਾਂ ਬਾਹਰ ਕੱਢ ਦਿੱਤੀਆਂ ਜੀ। ਦੁਸ਼ਟ ਪਾਪੀ ਮਰਿਆ, ਪਰ ਦੋ ਕੁ ਗੱਲਾਂ ਇਹਦੀ ਮੌਤ 'ਚ ਰਹਿ ਗਈਆਂ ਸਨ। ਉਹ ਭਾਈ ਸੰਤੋਖ ਸਿੰਘ ਜੀ ਨੇ ਅੱਜ ਦੇ ਪ੍ਰਸੰਗ ਵਿੱਚ ਲਿਖਿਆ ਹੈ ਜੀ। ਸਰੀਰ 'ਤੇ ਮੱਖੀਆਂ ਪਈਆਂ, ਸਰੀਰ 'ਚ ਕੀੜੇ ਚੱਲ ਰਹੇ ਹੈ, ਵੇਖਦਿਆਂ ਹੀ ਮਨ 'ਚ ਗਿਲਾਨ ਪੈਦਾ ਹੁੰਦੀ ਹੈ। ਇਹ ਉਹਦਾ ਹਾਲਾਤ ਬਣ ਗਿਆ ਜੀ। ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਬੰਦਾ ਜਿੰਦਿਆਂ ਜੀ ਨਰਕ ਭੋਗ ਲੈਂਦਾ ਹੈ। ਆਖੋ ਵਾਹਿਗੁਰੂ। ਮਰਨ ਤੋਂ ਬਾਅਦ ਤੇ ਨਰਕ ਮਿਲਣਾ ਹੀ ਹੈ ਨਾ ਜੀ, ਉਹ ਤੇ ਪੱਕਾ ਹੀ ਹੈ ਨਾ, ਉਹ ਨਹੀਂ ਟਲਣਾ। ਪਰ ਬਹੁਤ ਵਾਰ ਵੇਖਿਆ ਗਿਆ ਗੁਰੂ ਜੀ ਦੀ ਬੇਅਦਬੀ ਕਰਨ ਵਾਲਾ ਬੰਦਾ ਜਿੰਦਿਆਂ ਦੀ ਵੀ ਨਰਕ ਭੋਗਦਾ ਹੈ ਜੀ। ਜਿੰਦਿਆਂ ਜੀ ਵੀ ਨਰਕ ਭੋਗਦਾ। ਇਹਨੇ ਜਿੰਦਿਆਂ ਜੀ ਨਰਕ ਭੋਗਿਆ ਚੰਦੂ ਨੇ ਜੀ। ਹੁਣ ਆਪਾਂ ਅੱਗੋਂ ਕਥਾ ਵਿੱਚ ਸੁਰਤੀਆਂ ਜੋੜੀਏ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਕਟਕਾ ਇੱਕ ਤਰਫਤ ਰਹਿਓ, ਗੁਰ ਦਰੋਹੀ ਮ੍ਰਿਤ ਪਾਏ। ਗੁਰੂ ਸਾਹਿਬ ਜੀ ਦਾ ਦੁਖੀ ਇੱਕ ਘੜੀ ਤੜਫਦਾ ਰਿਹਾ ਜੀ। ਇਹਦੀ ਭਾਵ ਇੱਕ ਘੜੀ ਇਹਦੀ ਜਾਨ ਨਹੀਂ ਨਿਕਲੀ ਜੀ। ਤੇ ਇੱਕ ਘੜੀ 48 ਕੁ ਮਿੰਟਾਂ ਦੀ ਹੁੰਦੀ ਹੈ ਜੀ। ਲਗਭਗ ਪੌਣਾ ਘੰਟਾ ਇਹ ਧਰਤੀ ਤੇ ਪਿਆ ਤੜਪਦਾ ਰਿਹਾ, ਇਹਦੀ ਜਾਨ ਨਹੀਂ ਨਿਕਲੀ ਜੀ। ਹਾਂਜੀ। ਜੇਠੇ ਕਹਿਓ ਚੰਡਾਲ ਸੋ, ਲੇਹੋ ਐਂਚ ਗਹਿ ਪਾਏ। ਤੇ ਸਾਧ ਸੰਗਤ ਜੀ, ਭਾਈ ਜੇਠਾ ਜੀ ਨੇ ਫਿਰ ਵੇਖਿਆ ਵੀ ਹੁਣ ਜਦੋਂ ਇੱਕ ਘੜੀ ਤੜਫ ਕੇ ਦੁਸ਼ਟ ਮਰਿਆ ਤੇ ਜੇਠੇ ਗਹਿ ਚੰਡਾਲ ਸੋ, ਲੇਹੋ ਐਂਚ ਗਹਿ ਪਾਏ। ਇਹੋ ਜਿਹੇ ਨੂੰ ਸਤਿਕਾਰ ਨਾਲ ਤੇ ਚੁੱਕਣਾ ਹੀ ਨਹੀਂ ਹੈਗਾ ਜੀ। ਭਾਈ ਜੇਠਾ ਜੀ ਨੇ ਚੰਡਾਲਾਂ ਨੂੰ ਕਿਹਾ ਵੀ ਇਹਨੂੰ ਲੱਤਾਂ ਤੋਂ ਧੂਵੋ ਕਹਿਣ ਲੱਗੇ। ਹਾਂਜੀ। ਚੌਪਈ। ਬਿਸ਼ਟਾ ਮਹਿ ਐਂਚਤ ਲੈ ਚਲੋ, ਗੰਦ ਮੰਦ ਦੇ ਵਿੱਚੋਂ ਖਿੱਚਦੇ ਹੋਏ ਇਹਨੂੰ ਲੈ ਕੇ ਚੱਲੋ ਕਹਿਣ ਲੱਗੇ। ਵਹਿਰ ਸ਼ਹਿਰ ਤੇ ਅਬ ਤੁਮ ਨਿਕਲੋ। ਤੇ ਇਸ ਦੁਸ਼ਟ ਨੂੰ ਹੁਣ ਸ਼ਹਿਰ 'ਚ ਨਹੀਂ ਰਹਿਣ ਦੇਣਾ, ਇਹਨੂੰ ਬਾਹਰ ਲੈ ਚੱਲੋ। ਰਾਵੀ ਕੋ ਪ੍ਰਵਾਹ ਮਹਿ ਜਾਏ। ਇਹਨੂੰ ਰਾਵੀ ਦੇ ਵਿੱਚ ਹੀ ਸੁੱਟ ਦੇਣਾ। ਹਾਂਜੀ। ਤਟ ਥਿਤ ਹਵੈ ਕਰ ਦੇਹ ਬਗਾਏ। ਤੇ ਲੱਤਾਂ ਤੋਂ ਫੜ ਕੇ ਧੋਣਾ, ਲੱਤਾਂ ਤੋਂ ਫੜ ਕੇ ਖਿੱਚਣਾ ਤੇ ਅਖੀਰ ਇਹਨੂੰ ਰਾਵੀ ਦੇ ਵਿੱਚ ਭੁਆਂ ਕੇ ਮਾਰਨਾ ਕਹਿਣ ਲੱਗੇ। ਹਾਂਜੀ। ਗਹੇ ਚੰਡਾਲ ਖੈਂਚ ਕਰ ਚਲੇ। ਤੇ ਫਿਰ ਚੰਡਾਲਾਂ ਨੇ ਲੱਤਾਂ ਤੋਂ ਫੜਿਆ ਜੀ ਇਹਨੂੰ ਜੀ। ਮਰਿਆ ਤੇ ਪਿਆ ਸੀਗਾ। ਵੇਖੋ ਬੜਾ ਫਰਕ ਹੈਗਾ ਸੰਗਤ ਜੀ। ਜਿਹੜੇ ਗੁਰੂ ਦੀ ਸੰਗਤ ਕਰਦੇ, ਨਾਮ ਜਪਦੇ, ਲੋਕ ਉਹਨਾਂ ਦੇ ਸਰੀਰ, ਛੱਡੇ ਹੋਏ ਸਰੀਰ ਨੂੰ ਵੀ ਦੇਖਣ ਵਾਸਤੇ ਤਰਸਦੇ ਆ ਜੀ। ਸਰੀਰ ਛੱਡ ਦਿੰਦੇ ਆ ਪਰ ਛੱਡੇ ਹੋਏ ਸਰੀਰ ਨੂੰ ਵੇਖਣ ਵਾਸਤੇ ਤਰਸਦੇ ਆ। ਇਸ ਦੁਸ਼ਟ ਪਾਪੀ ਦਾ ਛੱਡਿਆ ਹੋਇਆ ਸਰੀਰ, ਉਹਦੀ ਵੀ ਬੇਪਤੀ ਹੋ ਰਹੀ ਹੈ ਜੀ। ਲੱਤਾਂ ਤੋਂ ਫੜ ਕੇ ਫਿਰ ਤੂੰ ਕੇ ਲੈ ਕੇ ਗਏ ਜੀ। ਹਾਂਜੀ। ਰਾਵੀ ਤੀਰ ਹੋਏ ਕਰ ਖਲੇ। ਰਾਵੀ ਦਰਿਆ ਦੇ ਕੰਢੇ ਆ ਕੇ ਖਲੋਗੇ ਜੀ। ਹਾਂਜੀ। ਪਾਪੀ ਕੋ ਬਗਾਏ ਤਨ ਡਾਰਾ। ਤੇ ਫਿਰ ਲੱਤਾਂ ਤੋਂ ਹੀ ਫੜਿਆ, ਬਾਹਾਂ ਤੋਂ ਨਹੀਂ ਫੜਿਆ ਜੀ। ਚੰਡਾਲਾਂ ਨੇ ਉਸ ਪਾਪੀ ਨੂੰ ਲੱਤਾਂ ਤੋਂ ਫੜ ਕੇ ਵਗਾ ਕੇ ਰਾਵੀ ਦਰਿਆ ਦੇ ਵਿੱਚ ਸੁੱਟਿਆ ਜੀ। ਇਸ ਪ੍ਰਕਾਰ ਗੁਰ ਦਰੋਹੀ ਮਾਰਾ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਇਸ ਤਰੀਕੇ ਦੇ ਨਾਲ ਗੁਰੂ ਘਰ ਦਾ ਦੋਖੀ ਚੰਦੂ ਜਿਹੜਾ ਹੈ ਉਹ ਮਰਿਆ ਜੀ ਫਿਰ ਜੀ। ਹਾਂਜੀ। ਸਿੱਖਨ ਮਨ ਕੋ ਕੋਪ ਕਨੇਰੇ। ਕਿਉਂ? ਗੁਰਸਿੱਖਾਂ ਦੇ ਮਨ ਵਿੱਚ ਬੜਾ ਗੁੱਸਾ ਸੀਗਾ ਜੀ। ਇਹਦੇ ਪ੍ਰਥਾ ਚੇਤਾ ਰੱਖਿਓ,
ਗੁਰੂ ਦੀ ਸੰਗਤ ਦਾ ਗੁੱਸਾ ਸਹੇੜਨ ਵਾਲਾ ਬੰਦਾ ਕਦੀ ਨਹੀਂ ਸੁਖੀ ਰਹਿ ਸਕਦਾ ਜੀ। ਹਾਂਜੀ, ਜਬ ਹੈ ਅਵਗਿਆ ਗੁਰ ਕੀ ਹੇਰੇ। ਜਦੋਂ ਦਾ ਗੁਰੂ ਸਾਹਿਬ ਜੀ ਦੀ ਅਵਗਿਆ ਇਸ ਦੁਸ਼ਟ ਨੇ ਕੀਤੀ ਸੀਗੀ, ਸੰਗਤ ਨੂੰ ਬਹੁਤ ਗੁੱਸਾ ਸੀਗਾ ਇਸ ਦੁਸ਼ਟ ਦੇ ਉੱਤੇ। ਗੁਰ ਦਰੋਹੀ ਕੋ ਪਿਖ ਅਸਹਾਲ। ਤੇ ਗੁਰੂ ਸਾਹਿਬ ਦੇ ਦੋਖੀ ਦਾ ਆ ਹਾਲ ਵੇਖ ਕੇ, ਕਿਵੇਂ ਮਰਿਆ, ਕਿਵੇਂ ਸੁੱਟਿਆ, ਇਹ ਸਾਰਾ ਕੁਝ ਦੇਖ ਕੇ ਭਇਓ ਸ਼ਾਂਤ ਸਭ ਕੋ ਤਿਸ ਕਾਲ। ਤੇ ਗੁਰਸਿੱਖਾਂ ਦੇ ਮਨ 'ਚ ਸ਼ਾਂਤੀ ਆਈ ਉਸ ਸਮੇਂ। ਫਿਰ ਆਖੋ ਵਾਹਿਗੁਰੂ। ਬਹੁਤ ਸ਼ਾਂਤੀ ਆਈ ਵੀ ਦੁਸ਼ਟ ਪਾਪੀ ਮਰ ਗਿਆ। ਹਾਂਜੀ, ਸ੍ਰੀ ਹਰਿ ਗੋਬਿੰਦ ਜੋ ਦਾ ਬਲੀ। ਤੇ ਗੁਰਸਿੱਖ ਫਿਰ ਮਹਾਰਾਜ ਦੀ ਸਿਫਤ ਕਰਦੇ। ਪਤਾ ਕੀ ਕਹਿੰਦੇ? ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਯੋਧੇ ਨੇ, ਬੜੇ ਬਲ ਵਾਲੇ ਨੇ ਸੱਚੇ ਪਾਤਸ਼ਾਹ। ਜਥਾ ਜੋਗ ਕੀਨੀ ਇਹ ਭਲੀ। ਮਹਾਰਾਜ ਨੇ ਬਹੁਤ ਭਲਾ ਕੰਮ ਕੀਤਾ, ਬਹੁਤ ਚੰਗਾ ਕੰਮ ਕੀਤਾ। ਇਸ ਦੁਸ਼ਟ ਨੂੰ ਮਾਰ ਦੇਣਾ ਚਾਹੀਦਾ ਸੀ ਪਹਿਲਾਂ ਦਾ ਹੀ ਜੀ। ਸਤਿਗੁਰੂ ਨੇ ਇਹਨੂੰ ਹੁਣ ਮਾਰਿਆ। ਬਹੁਤ ਚੰਗਾ ਕੰਮ ਕੀਤਾ ਮਹਾਰਾਜ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲੋ, ਗੁਰੂ ਜੀ ਦੇ ਕਮਾਈ ਵਾਲੇ ਸਿੱਖ ਇਹ ਗੱਲ ਆਪਣੀ ਜੀਭ ਤੋਂ ਕਹਿ ਰਹੇ ਆ, ਰਸਨਾ ਤੋਂ ਕਹਿ ਰਹੇ ਆ ਵੀ ਗੁਰੂ ਜੀ ਨੇ ਬੜਾ ਚੰਗਾ ਕੀਤਾ, ਦੁਸ਼ਟ ਚੰਦੂ ਨੂੰ ਮਾਰ ਦਿੱਤਾ ਜੀ। ਵੇਖੋ, ਇਹ ਘਰ ਸਾਰਿਆਂ ਦਾ ਭਲਾ ਮੰਗਣ ਵਾਲਾ ਹੈ, ਪਰ ਜਿਹੜਾ ਅੱਤ ਕਰਦੇ ਫਿਰ ਉਹਦਾ ਭਲਾ ਨਹੀਂ ਹੈਗਾ ਜੀ। ਉਹਦੇ ਲਈ ਤੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਹਾਂਜੀ, ਕਿਸਕੇ ਮਨ ਮਹਿ ਹੁਤੀ ਨ ਕੈਸੇ। ਸ਼ਾਹ ਦੀਵਾਨ ਮਾਰੀ ਇਹ ਐਸੇ। ਸਿੱਖ ਗੱਲਾਂ ਕਰਦੇ ਵੀ ਕਿਸੇ ਨੇ ਮਨ 'ਚ ਸੋਚਿਆ ਨਹੀਂ ਸੀਗਾ ਵੀ ਚੰਦੂ ਨੂੰ ਇਸ ਤਰ੍ਹਾਂ ਦੀ ਮੌਤ ਮਹਾਰਾਜ ਮਾਰਨਗੇ, ਇੰਨੀ ਬੁਰੀ ਮੌਤ ਮਾਰਨਗੇ, ਇੰਨਾ ਜ਼ਿਆਦਾ ਰੁੜ ਰੁੜ ਕੇ ਮਰੇਗਾ, ਇਹ ਤਾਂ ਸੋਚਿਆ ਹੀ ਨਹੀਂ ਸੀ ਕਿਸੇ ਨੇ। ਹਾਂਜੀ, ਅਸ ਅਨ ਬਨ ਕੋ ਗੁਰੂ ਬਨਾਵੈ। ਬਨੀ ਬਾਤ ਤਤ ਛਿਨ ਬਿਗਰਾਵੈ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੰਗਤ ਜੀ, ਗੁਰਸਿੱਖ ਆਪਸ 'ਚ ਗੱਲਾਂ ਕਰਦੇ ਤੇ ਗੁਰਸਿੱਖਾਂ ਦੇ ਬਚਨਾਂ ਵਿੱਚ ਵੀ ਬੜੀ ਬੜੀ ਸੱਚਾਈ ਲੁਕੀ ਹੋਈ ਹੈ ਜੀ। ਗੁਰਸਿੱਖ ਆਪਸ ਵਿੱਚ ਗੱਲਾਂ ਕਰਦੇ ਆ, ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਹੀ ਇਹ ਕੰਮ ਕਰ ਸਕਦੇ ਆ। ਜਿਹੜੀ ਗੱਲ ਨਹੀਂ ਨਾ ਬਣ ਸਕਦੀ ਉਹਨੂੰ ਬਣਾ ਸਕਦੇ ਨੇ ਮਹਾਰਾਜ। ਹੁਣ ਕਿਵੇਂ ਚੰਦੂ ਨੂੰ ਫੜਨਾ ਸੀ, ਕਿਵੇਂ ਇਸ ਦੁਸ਼ਟ ਨੂੰ ਮਾਰਨਾ ਸੀਗਾ, ਸੌਖਾ ਕੰਮ ਥੋੜ੍ਹੀ ਹੈਗਾ ਸੀਗਾ ਜੀ। ਜਿਹੜੀ ਗੱਲ ਨਹੀਂ ਸੀ ਬਣ ਸਕਦੀ ਮਹਾਰਾਜ ਉਹ ਵੀ ਬਣਾ ਦਿੰਦੇ ਐ, ਤੇ ਜੇ ਚਾਹਣ ਬਣੀ ਬਣੀ ਗੱਲ ਵਿਗਾੜ ਵੀ ਦਿੰਦੇ ਐ ਜੀ। ਗੁਰੂ ਜੀ ਦੇ ਹੱਥ ਵਿੱਚ ਹੈਗਾ ਸਾਰਾ ਕੁਛ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਕਰਕੇ ਸੰਗਤ ਜੀ, ਸਾਡੇ ਗੁਰੂ ਸਾਹਿਬ ਤੋਂ ਕੁਝ ਨਹੀਂ ਝੋਲਾ ਹੈਗਾ ਜੀ। ਜੋ ਚਾਹਣ ਮਹਾਰਾਜ ਸੱਚੇ ਪਾਤਸ਼ਾਹ ਕਰ ਸਕਦੇ ਆ, ਇਸ ਗੱਲ ਦਾ ਭਾਵ ਇਹ ਹੈਗਾ ਜੀ। ਤੇ ਸਾਖੀ ਤੁਹਾਨੂੰ ਸਭ ਨੂੰ ਪਤਾ, ਚੱਬੇ ਵਾਲੀ ਮਾਤਾ ਸੁਲੱਖਣੀ ਦੀ ਜੀ। ਮਹਾਰਾਜ ਕਹਿੰਦੇ ਤੇਰੀ ਕਿਸਮਤ 'ਚ ਇੱਕ ਨਹੀਂ ਹੈਗਾ। ਉਹਨੇ ਭਾਈ ਗੁਰਦਾਸ ਜੀ ਦੀ ਸੰਗਤ ਕੀਤੀ, ਕਹਿੰਦੀ ਲਓ ਮਹਾਰਾਜ ਕਲਮ ਤੇ ਲਓ ਕਾਗਜ਼, ਤੇ ਸੱਚੇ ਪਾਤਸ਼ਾਹ ਤੁਸੀਂ ਲਿਖਣਾ ਉੱਥੇ ਵੀ ਤੇ ਇੱਥੇ ਵੀ ਲਿਖ ਦਿਓ। ਤੇ ਫਿਰ ਉਹਦੀ ਸ਼ਰਧਾ ਵੇਖ ਕੇ ਜਿੱਥੇ ਇੱਕ ਲਿਖਣਾ ਸੀ ਨਾ, ਛੇਵੇਂ ਪਾਤਸ਼ਾਹ ਨੇ 7 ਲਿਖੇ ਜੀ। ਫਿਰ ਜੀ ਗੱਜ ਕੇ ਆਖੋ ਵਾਹਿਗੁਰੂ। ਮਤਲਬ ਇਹੋ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਹੀਂ ਕਰ ਸਕਦੇ ਜੀ। ਹਾਂਜੀ, ਇਮ ਬਹੁ ਜਸ ਕੋ ਕਹਿ ਨਰ ਬ੍ਰਿੰਦ। ਇਸ ਤਰੀਕੇ ਨਾਲ ਬਹੁਤੇ ਲੋਕ ਗੁਰੂ ਸਾਹਿਬ ਜੀ ਦਾ ਬਹੁਤਾ ਹੀ ਜਸ ਕਰਦੇ ਐ, ਵਡਿਆਈ ਕਰਦੇ। ਆਪਾਂ ਵੀ ਕਰੀਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਹਰਗੋਬਿੰਦ। ਗੁਰੂ ਕੇ ਸਿੱਖ ਇਕੱਠੇ ਹੋ ਕੇ ਗੱਲਾਂ ਕਰਦੇ। ਧੰਨ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਜੋ ਚਾਹਣ ਮਹਾਰਾਜ ਸੱਚੇ ਪਾਤਸ਼ਾਹ ਕਰ ਸਕਦੇ ਆ। ਇੱਕ ਵਾਰੀ ਫਿਰ ਸੰਗਤ ਦੀ ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਸਿੱਖ ਬਿਲੋਕਤ ਗਮਨੇ ਡੇਰੇ ਪਹੁੰਚਿਓ ਜੇਠਾ ਗੁਰੂ ਅਗੇਰੇ। ਤੇ ਸਿੱਖ ਫਿਰ ਸਾਧ ਸੰਗਤ ਜੀ ਵੇਖ ਕੇ ਚੰਦੂ ਨੂੰ ਮਰਦਾ ਵੇਖ ਕੇ ਬੜੇ ਖੁਸ਼ ਹੋਏ, ਆਪੋ ਆਪਣੇ ਘਰਾਂ ਵਿੱਚ ਚਲੇ ਗਏ ਜੀ। ਤੇ ਭਾਈ ਜੇਠਾ ਜੀ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਣਾ ਕੀਤਾ। ਭਾਵ ਭਾਈ ਜੇਠਾ ਜੀ ਕੇ ਹੁਣ ਧਿਆਨ ਨਾਲ ਸੁਣਿਓ, ਚਲੋ ਖੇਡ ਤੇ ਮਹਾਰਾਜ ਦੀ ਹੈ, ਪਰ ਅਜੇ ਤੱਕ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਸੇ ਨੇ ਨਹੀਂ ਦੱਸਿਆ ਵੀ ਚੰਦੂ ਮਹਾਰਾਜ ਮਰ ਗਿਆ ਤੇ ਦਰਿਆ 'ਚ ਸੁੱਟ ਦਿੱਤਾ ਹੈ। ਮਹਾਰਾਜ ਨੇ ਤੇ ਬਾਜ਼ਾਰ 'ਚ ਹੀ ਫੇਰਨ ਦੀ ਆਗਿਆ ਦਿੱਤੀ ਸੀਗੀ। ਹਾਂਜੀ। ਸੁਧ ਦੀਨਸ ਗੁਰ ਦਰੋਹੀ ਮਰਿਓ। ਗੱਜ ਕੇ ਆਖੋ ਤੇ ਵਾਹਿਗੁਰੂ। ਸੱਚੇ ਪਾਤਸ਼ਾਹ ਮੁਜੰਗਾ ਨਗਰ ਦੇ ਵਿੱਚ ਬੈਠੇ ਤੇ ਫਿਰ ਭਾਈ ਜੇਠਾ ਜੀ ਨੇ ਆ ਕੇ ਖਬਰ ਦਿੱਤੀ, ਮਹਾਰਾਜ ਗੁਰੂ ਘਰ ਦਾ ਦੋਖੀ ਪਾਪੀ ਮਰ ਗਿਆ ਜੇ ਮਹਾਰਾਜ। ਹਾਂਜੀ। ਐਂਚ ਨਦੀ ਮਹਿ ਗੇਰਨ ਕਰਿਓ। ਤੇ ਐਂਚ ਨਦੀ ਮਹਿ ਗੇਰਨ ਕਰਿਓ, ਖਿੱਚ ਕੇ ਫਿਰ ਮਹਾਰਾਜ ਨੂੰ ਦਰਿਆ ਵਿੱਚ ਸੁੱਟ ਦਿੱਤਾ ਜੇ। ਹਾਂਜੀ। ਸੁਨ ਕਰ ਸਤਿਗੁਰ ਸਭ ਮਹਿ ਕਹਿਓ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਬੈਠੇ ਤੇ ਸੁਣਿਓ ਮਹਾਰਾਜ ਕੀ ਕਹਿੰਦੇ, ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਗਰੀਬ ਨਵਾਜ ਸਾਰੀ ਸੰਗਤ ਵਿੱਚ ਬੈਠੇ ਬਚਨ ਕਰਨ ਲੱਗੇ। ਜਸ ਕੀ ਨਸ ਅਗ ਤਸ ਫਲ ਲਹਿਓ। ਮਹਾਰਾਜ ਕਹਿੰਦੇ ਜਿਹੋ ਜਿਹਾ ਪਾਪ ਕੀਤਾ ਜੀ ਉਹੋ ਜਿਹਾ ਫਲ ਮਿਲ ਗਿਆ। ਕਹਿਣ ਲੱਗੇ ਲੈ ਲਿਆ ਫਲ ਉਹਨੇ, ਕਹਿਣ ਲੱਗੇ। ਹਾਂਜੀ। ਕੋ ਗੁਰ ਦਰੋਹੀ ਸਕਹਿ ਬਚਾਏ ਨਾ। ਕੋਈ ਵੀ ਗੁਰੂ ਦੇ ਦਰੋਹੀ ਨੂੰ, ਗੁਰੂ ਘਰ ਦੇ ਦੋਖੀ ਨੂੰ ਬਚਾ ਨਹੀਂ ਸਕਦਾ। ਆਖੋ ਵਾਹਿਗੁਰੂ। ਸੰਗਤ ਜੀ ਦੋਖੀ ਨੂੰ ਸਜ਼ਾ ਮਿਲਣੀ ਹੈ, ਭਾਵੇਂ ਅੱਜ ਮਿਲ ਜੇ ਭਾਵੇਂ ਕੱਲ ਮਿਲ ਜੇ ਜੀ। ਹੁਣ ਬੜੇ ਗੁਰਸਿੱਖ ਸੋਚਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੇ ਦੁਸ਼ਟ ਕਰਦੇ ਉਹਨਾਂ ਦਾ ਕੀ ਬਣਦਾ। ਪਿਆਰਿਓ ਸਜ਼ਾ ਮਿਲਣੀ ਹੈ ਜੀ, ਬਚ ਨਹੀਂ ਹੋ ਸਕਦੇ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ 'ਚ ਕੋ ਗੁਰ ਦਰੋਹੀ ਬਚਾਏ ਸਕਹਿ ਨਾ। ਕੋਈ ਵੀ ਗੁਰੂ ਸਾਹਿਬ ਦੇ ਦੋਖੀ ਨੂੰ ਬਚਾ ਨਹੀਂ ਸਕਦਾ ਜੀ। ਹਾਂਜੀ। ਜਹ ਕਹਿ ਪਾਵਹਿ ਅਨਿਕ ਸਜਾਇਨ। ਜਿੱਥੇ ਕਿੱਥੇ ਨਹੀਂ ਸਮਾਂ ਆਉਣ ਤੇ ਉਹਨੂੰ ਇੱਕ ਨਹੀਂ ਅਨੇਕਾਂ ਹੀ ਸਜ਼ਾਵਾਂ ਮਿਲਣੀਆਂ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ। ਕਰੀ ਪ੍ਰਤੱਗਿਆ ਪੂਰੀ ਭਈ। ਤੇ ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ ਜਿਹੜੀ ਪ੍ਰਤਿੱਗਿਆ ਕੀਤੀ ਸੀ ਨਾ ਅਸੀਂ ਅਕਾਲ ਤਖਤ ਸਾਹਿਬ ਬੈਠ ਕੇ, ਸਤਿਗੁਰੂ ਦੀ ਮਿਹਰ ਨਾਲ ਅੱਜ ਪੂਰੀ ਹੋ ਗਈ। ਕਹਿਣ ਲੱਗੇ ਹਾਂਜੀ। ਆਜ ਪਿਤਾ ਕੋ ਰਿਣ ਉਤਰਈ। ਸਾਡੇ ਸਿਰ ਤੇ ਕਰਜ਼ਾ ਸੀ, ਮਹਾਰਾਜ ਕਹਿੰਦੇ ਉਹ ਕਰਜ਼ਾ ਉਤਰ ਗਿਆ ਜੀ। ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਸੀ ਵੀ ਕੋਈ ਨਹੀਂ, ਮੈਨੂੰ ਤੇ ਤਤੀ ਤਵੀ ਤੇ ਬਿਠਾ ਲੋਗੇ ਪਰ ਮੇਰੇ ਪੁੱਤਰ ਹਰਗੋਬਿੰਦ ਦੀ ਤਲਵਾਰ ਨੂੰ ਕੌਣ ਰੋਕੇਗਾ। ਮਹਾਰਾਜ ਕਹਿੰਦੇ ਸਾਡੇ ਸਿਰ ਕਰਜ਼ਾ ਸੀਗਾ, ਉਹ ਕਰਜ਼ਾ ਅੱਜ ਉਤਰ ਗਿਆ। ਹਾਂਜੀ। ਜਬ ਲੋ ਪਲਟਾ ਲਿਓ ਨਾ ਹੇਰੇ। ਤਬ ਲੋ ਕਰਜਹੁ ਤੋ ਸਿਰ ਮੇਰੇ। ਜਿੰਨਾ ਚਿਰ ਤੱਕ ਦੁਸ਼ਟ ਚੰਦੂ ਮਰਦਾ ਨਹੀਂ ਸੀ ਨਾ, ਮਹਾਰਾਜ ਕਹਿੰਦੇ ਸਾਡੇ ਸਿਰ ਕਰਜ਼ਾ ਹੀ ਰਹਿਣਾ ਸੀਗਾ। ਹਾਂਜੀ। ਖਾਨ ਪਾਨ ਅਰ ਸੁਖ ਸੋ ਸੋਵਨ। ਆਜ ਕਰੀ ਚਿੰਤਾ ਹਮ ਖੋਵਨ। ਆਖੋ ਸਾਰੇ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਫਿਰ ਆਖੋ। ਸਾਧ ਸੰਗਤ ਜੀ ਮਹਾਰਾਜ ਨੇ ਬਚਨ ਕੀਤਾ ਸੀ ਨਾ, ਉਹ ਜਦੋਂ ਮਹਾਰਾਜ ਦਿੱਲੀ ਗਏ ਤੇ ਜਮਨਾ ਪਾਰ ਕਰ ਲਈ ਤੇ ਸਿੱਖ ਕਹਿੰਦੇ ਮਹਾਰਾਜ ਚੰਦੂ ਦਾ ਕਦੋਂ ਹਿਸਾਬ ਕਰਨਾ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜਿੰਨਾ ਚਿਰ ਤੱਕ ਚੰਦੂ ਮਰਦਾ ਨਹੀਂ ਨਾ ਅਸੀਂ ਚੰਗੀ ਤਰ੍ਹਾਂ ਜਲ ਪਾਣੀ ਛਕਣਾ ਤੇ ਨਾ ਸਾਨੂੰ ਨੀਂਦ ਹੀ ਆਉਣੀ ਉਹਨਾਂ ਚਿਰ ਤੱਕ। ਮਹਾਰਾਜ ਕਹਿੰਦੇ ਅੱਜ ਚੰਗੀ ਤਰ੍ਹਾਂ ਸੌਵਾਂਗੇ। ਕਹਿਣ ਲੱਗੇ ਆਰਾਮ ਕਰਨਾ ਮਹਾਰਾਜ ਨੇ ਜੀ। ਮਹਾਰਾਜ ਕਹਿੰਦੇ ਅੱਜ ਆਰਾਮ ਕਰਾਂਗੇ ਚੰਗੀ ਤਰ੍ਹਾਂ, ਅੱਜ ਰੱਜ ਕੇ ਪ੍ਰਸ਼ਾਦਾ ਛਕਾਂਗੇ। ਕਹਿਣ ਲੱਗੇ ਹਾਂਜੀ। ਮਾਰ ਅਚਾਨਕ ਪ੍ਰਾਨ ਨਿਕਾਰੇ। ਹੁਤੋ ਮਰਨ ਇਸ ਕਰ ਪਠਿਆਰੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ ਚੰਦੂ ਦੀ ਮੌਤ ਲਿਖੀ ਪਠਿਆਰੇ ਦੇ ਹੱਥੋਂ ਸੀਗੀ। ਕਹਿਣ ਲੱਗੇ ਸੰਗਤ ਨੇ ਸਜ਼ਾ ਦਿੱਤੀ ਹੈ ਪਰ ਮੌਤ ਉਹਦੇ ਹੱਥੋਂ ਲਿਖੀ ਸੀ, ਉਹਦੇ ਹੱਥੋਂ ਹੀ ਹੋਈ। ਮਹਾਰਾਜ ਕਹਿਣ ਲੱਗੇ ਹਾਂਜੀ। ਲਿਖੀ ਵਿਧਾਤੇ ਨੇ ਜਸ ਰੀਤ। ਜਿਸ ਤਰੀਕੇ ਨਾਲ ਵਿਧਾਤੇ ਨੇ ਰੀਤ ਲਿਖ ਦਿੱਤੀ ਜੀ।
ਵਿਧਾਤੇ ਨੇ ਕਰਮ ਲਿਖ ਦਿੱਤੇ ਬੰਦੇ ਦੇ ਜੀ। ਹਾਂਜੀ, ਤਸ ਜੀਵਨ ਪਰ ਹੋਤ ਬਤੀਤ। ਉਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੀਵਨ ਬਤੀਤ ਹੁੰਦਾ। ਗੱਜ ਕੇ ਆਖੋ ਵਾਹਿਗੁਰੂ। ਜੇ ਲੇਖ ਲਿਖੇ ਤੁਹਾਡੇ ਜੀਵਨ 'ਚ ਸੰਗਤ ਕਰਨ ਦੇ ਪਿਆਰਿਓ, ਧੱਕੇ ਨਾਲ ਹੀ ਬੰਦਾ ਆ ਕੇ ਬਹਿ ਜਾਂਦਾ ਜੀ। ਤੇ ਜੇ ਲੇਖਾਂ 'ਚ ਨਹੀਂ ਸੰਗਤ ਕਰਨੀ ਲਿਖੀ, ਇੱਥੇ ਆ ਕੇ ਬੈਠ ਕੇ ਵੀ ਬੰਦਾ ਉੱਠ ਕੇ ਘਰ ਚਲ ਜਾਏਗਾ ਜੀ। ਇਸੇ ਕਰਕੇ ਮਹਾਰਾਜ ਦੇ ਅੱਗੇ ਅਰਦਾਸ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕਰਮਾਂ 'ਚ ਸੰਗਤ ਕਰਨੀ ਲਿਖ ਦਿਓ ਮਹਾਰਾਜ। ਹਾਂਜੀ, ਦਿਵਸ ਆਗਲੇ ਹਜਰਤ ਆਇਓ। ਸੋ ਮਹਾਰਾਜ ਬੜੇ ਖੁਸ਼ ਹੋਏ। ਉਸ ਰਾਤ ਰੱਜ ਕੇ ਸਤਿਗੁਰੂ ਨੇ ਪ੍ਰਸ਼ਾਦਾ ਛਕਿਆ। ਪਿਆਰਿਓ, ਜਿੰਨਾ ਚਿਰ ਤੱਕ ਚੰਦੂ ਮਰਿਆ ਨਹੀਂ, ਮਹਾਰਾਜ ਨੇ ਰੱਜ ਕੇ ਪ੍ਰਸ਼ਾਦਾ ਨਹੀਂ ਛਕਿਆ ਜੀ। ਰੱਜ ਕੇ ਪ੍ਰਸ਼ਾਦਾ ਨਹੀਂ ਸੀ ਛਕਿਆ ਜੀ। ਤੇ ਅੱਜ ਮਹਾਰਾਜ ਨੇ ਰੱਜ ਕੇ ਪ੍ਰਸ਼ਾਦਾ ਛਕਿਆ ਜੀ। ਮਿਲ ਸਤਿਗੁਰ ਕੋ ਸੀਸ ਨਿਵਾਇਓ। ਅਗਲੇ ਦਿਨ ਫਿਰ ਬਾਦਸ਼ਾਹ ਜਹਾਂਗੀਰ ਛੇਵੇਂ ਪਾਤਸ਼ਾਹ ਧੰਨ ਧੰਨ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਆਇਆ ਤੇ ਮਿਲ ਕੇ ਸਤਿਗੁਰੂ ਜੀ ਨੂੰ ਮੱਥਾ ਟੇਕਦਾ। ਆਪਾਂ ਵੀ ਟੇਕੀਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹਾਂਜੀ, ਬੈਠਿਓ ਚਲੇ ਪ੍ਰਸੰਗ ਅਨੇਕ। ਬੈਠ ਗਿਆ, ਕਈ ਪ੍ਰਕਾਰ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਜੀ। ਹਾਂਜੀ, ਪੁਨ ਸ਼੍ਰੀ ਅਰਜਨ ਸੁਨਨ ਵਿਵੇਕ। ਹਾਂਜੀ, ਚਿਰੰਕਾਲ ਕੋ ਹੈ ਇੱਕ ਪੀਰ। ਸੁਨੋ ਗੁਰੂ ਜੀ ਬ੍ਰਿੰਦ ਸਰੀਰ। ਬ੍ਰਿਧ ਸਰੀਰ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਫਿਰ ਜਹਾਂਗੀਰ ਕਹਿਣ ਲੱਗਾ, ਮਹਾਰਾਜ ਮੈਨੂੰ ਸਮਝ ਆ ਗਈ ਸੀ, ਹੁਣ ਸਮਝ ਆਈ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਪਰਮੇਸ਼ਰ ਸਤ ਮਹਾਰਾਜ। ਮਹਾਰਾਜ ਬੜੇ ਵੱਡੇ ਸਨ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੁਸਕਰਾ ਕੇ ਨਾ ਜਹਾਂਗੀਰ ਨੂੰ ਕਹਿਣ ਲੱਗੇ, ਮਹਾਰਾਜ ਕਹਿੰਦੇ ਜਹਾਂਗੀਰ ਬਾਦਸ਼ਾਹ ਤੁਹਾਨੂੰ ਕਿਵੇਂ ਪਤਾ? ਆਖੋ ਵਾਹਿਗੁਰੂ। ਤੇ ਫਿਰ ਉਹਨੇ ਦੱਸਿਆ, ਜਹਾਂਗੀਰ ਨੇ ਕਹਿਣ ਲੱਗਾ ਜੀ ਬੰਦਗੀ ਕਰਨ ਵਾਲਾ ਬਜ਼ੁਰਗ ਪੀਰ ਹੈਗਾ। ਕਹਿਣ ਲੱਗੇ ਸਾਈਂ ਮੀਆਂ ਮੀਰ। ਸਾਈਂ ਮੀਆਂ ਮੀਰ ਬਜ਼ੁਰਗ ਹੈ। ਉਸ ਬਜ਼ੁਰਗ ਸਰੀਰ ਨੇ ਮੈਨੂੰ ਸਾਰੀ ਗੱਲ ਦੱਸੀ। ਕਹਿਣ ਲੱਗਾ ਹਾਂਜੀ, ਤਿਸਨੇ ਸਕਲ ਬਾਤ ਸਮਝਾਈ। ਸਾਈਂ ਮੀਆਂ ਮੀਰ ਨੇ, ਮੀਆਂ ਮੀਰ ਜੀ ਨੇ ਮੈਨੂੰ ਸਾਰੀ ਗੱਲ ਸਮਝਾ ਦਿੱਤੀ ਹੈ। ਮੇਰੇ ਸਮਝ 'ਚ ਗੱਲ ਆ ਗਈ ਹੈ। ਗੁਰੂ ਅਰਜਨ ਸਾਹਿਬ ਬਹੁਤ ਵੱਡੇ ਸਨ। ਸੰਗਤ ਜੀ, ਬੰਦੇ ਨੂੰ ਜਿਹਦੇ ਤੇ ਭਰੋਸਾ ਹੋਵੇ ਉਹਦੀ ਗੱਲ ਬੰਦਾ ਛੇਤੀ ਮੰਨਦਾ ਹੈ ਜੀ। ਜਹਾਂਗੀਰ ਦੀ ਸ਼ਰਧਾ ਸੀ ਸਾਈਂ ਮੀਆਂ ਮੀਰ ਜੀ ਦੇ ਉੱਤੇ ਜੀ। ਹਾਂਜੀ, ਸ੍ਰੀ ਅਰਜਨ ਕੀ ਜਿਤਕ ਵਡਾਈ। ਜਿੰਨੀ ਵੱਡੀ ਵਡਿਆਈ ਸੀ ਮੈਨੂੰ ਸਾਈਂ ਮੀਆਂ ਮੀਰ ਜੀ ਨੇ ਦੱਸਿਆ। ਕਹਿਣ ਲੱਗਾ ਹਾਂਜੀ, ਧੰਨ ਧੰਨ ਔਰ ਮਹਾ ਗੰਭੀਰ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਨਾਮ ਲਾ ਕੇ ਕਹਿਣ ਲੱਗਾ ਜੀ ਉਹ ਧੰਨ ਨੇ। ਕਹਿਣ ਲੱਗਾ ਧੰਨ ਨੇ ਗੁਰੂ ਅਰਜਨ ਦੇਵ ਸਾਹਿਬ। ਆਪਾਂ ਵੀ ਸਾਰੇ ਕਹਿ ਦਈਏ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਅਜਮਤ ਇਤੀ ਇਤੀ ਵੱਡ ਧੀਰ। ਇੰਨੀ ਵੱਡੀ ਕਰਾਮਾਤ ਹੋਣੀ ਤੇ ਇੰਨਾ ਵੱਡਾ ਧੀਰਜ ਰੱਖਣਾ ਮਹਾਰਾਜ ਬੜੀ ਵੱਡੀ ਗੱਲ ਹੈ ਜੀ। ਸੰਗਤ ਜੀ, ਮੈਂ ਇੱਕ ਖਿੰਡ ਲਈ ਰੁਕਣ ਦਾ ਯਤਨ ਕਰਾਂਗਾ। ਥੋੜ੍ਹਾ ਜਿਹਾ ਸਮਾਂ ਜੀ। ਨਾਮ ਜਪ ਕੇ ਥੋੜ੍ਹੀ ਜਿਹੀ ਵੀ ਬੰਦੇ ਕੋ ਤਾਕਤ ਆ ਜਾਏ ਤੇ ਜਰ ਨਹੀਂ ਜੇ ਹੁੰਦੀ। ਮੈਂ ਬੜੀ ਵਾਰੀ ਤੁਹਾਨੂੰ ਬੇਨਤੀ ਕੀਤੀ ਹੈ। ਤੇ ਭਾਗਾਂ ਵਾਲੇ ਹੁੰਦੇ ਜੇ ਜਿਹੜੇ ਨਾਮ ਜਪ ਕੇ ਜਰਨ ਲੱਗ ਪੈਂਦੇ ਆ ਜੀ। ਕਈ ਵਾਰੀ ਬਣੀ ਬਣਾਈ ਖੇਡ ਵੀ ਵਿਗੜ ਜਾਂਦੀ ਜੇ। ਆਖੋ ਵਾਹਿਗੁਰੂ। ਜਦੋਂ ਬੰਦਾ ਜਰਦਾ ਨਹੀਂ ਨਾ ਤੇ ਬਣੀ ਬਣਾਈ ਖੇਡ ਵੀ ਵਿਗੜਦੀ ਹੈ ਜੀ। ਉਹ ਕਿਵੇਂ? ਇੱਕ ਸਿੰਘ ਦੀ ਖੇਡ ਵਿਗੜ ਗਈ ਜੀ। ਸਿਮਰਨ ਕਰਦਾ ਸੀਗਾ ਤੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਕੋਲੋਂ ਆਇਆ ਜੀ। ਮਹਾਂਪੁਰਖ ਕਹਿੰਦੇ ਭਾਈ 4 ਕਾਰਨ ਵਰਤਦੇ ਆ
ਤੇ ਸਿਮਰਨ ਦੀ ਖੇਡ ਖਤਮ ਹੁੰਦੀ ਹੈ। ਧਿਆਨ ਨਾਲ ਸੁਣਿਓ, ਉਹਦੇ ਚੋਂ 2-3 ਜਿੰਨੇ ਮੈਨੂੰ ਯਾਦ ਨੇ ਮੈਂ ਕਹਿ ਦਿੰਦਾ ਤੁਹਾਨੂੰ। ਮਹਾਂਪੁਰਖ ਕਹਿੰਦੇ ਸਭ ਤੋਂ ਪਹਿਲਾਂ ਇਸ ਗੱਲ ਦੀ ਹਉਮੈ ਆ ਜਾਣੀ ਵੀ ਮੈਂ ਨਾਮ ਜਪਦਾ ਤਾਂ ਵੀ ਖੇਡ ਵਿਗੜ ਜਾਂਦੀ ਹੈ। ਪਿਆਰ ਨਾਲ ਸਾਰੇ ਕਹੋ ਸ੍ਰੀ ਵਾਹਿਗੁਰੂ, ਸ੍ਰੀ ਵਾਹਿਗੁਰੂ। ਇਸ ਕਰਕੇ ਸੰਗਤ ਦੀ ਅਰਦਾਸ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਬਾਣੀ ਪੜ੍ਹਨ ਦੀ ਸੇਵਾ ਸਾਡੇ ਕੋਲੋਂ ਲੈਂਦੇ ਹੀ ਰਹੋ, ਨਾਮ ਜਪਣ ਦੀ ਸੇਵਾ ਸਾਡੇ ਕੋਲੋਂ ਲੈਂਦੇ ਹੀ ਰਹੋ ਮਹਾਰਾਜ। ਮਹਾਰਾਜ ਕਹਿੰਦੇ ਪਹਿਲੀ, ਵਾਹਿਗੁਰੂ ਮਹਾਂਪੁਰਖ ਕਹਿਣ ਲੱਗੇ ਪਹਿਲੀ ਗੱਲ ਇਹ ਹੈ ਜਦੋਂ ਬੰਦਾ ਹਉਮੈ ਵਿੱਚ ਆ ਜਾਂਦਾ ਹੈ ਜੀ, ਫਿਰ ਖੇਡ ਵਰਤਦੀ ਹੈ। ਦੂਸਰੀ ਗੱਲ, ਜਦੋਂ 4 ਬੱਜਰ ਕਰੈਤਾਂ ਵਿੱਚੋਂ ਇੱਕ ਵੀ ਬੱਜਰ ਕਰੈਤ ਹੋ ਜਾਂਦੀ ਹੈ ਤਾਂ ਵੀ ਸਿਮਰਨ ਖਤਮ ਹੋਣ ਲੱਗ ਪੈਂਦਾ ਹੈ ਜੀ, ਧਿਆਨ ਨਹੀਂ ਲੱਗਦਾ। ਤੇ ਇੱਕ ਬਚਨ ਹੋਰ ਸੀ ਉਹਦੇ ਤੋਂ ਬਾਅਦ ਮਹਾਂਪੁਰਖਾਂ ਕਿਹਾ, ਕਹਿੰਦੇ ਤਾਂ ਵੀ ਖੇਡ ਰੁਕ ਜਾਂਦੀ ਹੈ ਬੰਦੇ ਦੀ ਜਿਸ ਗੁਰਮੁਖ ਦੀ ਸੰਗਤ 'ਚ ਰਹਿ ਕੇ ਰੰਗ ਲੱਗਾ ਹੋਵੇ, ਉਸ ਗੁਰਮੁਖ ਤੇ ਸ਼ੰਕਾ ਕਰਨ ਲੱਗ ਪੈਣਾ ਤਾਂ ਵੀ ਖੇਡ ਜਿਹੜੀ ਆ ਉਹ ਵਿਗੜ ਜਾਂਦੀ ਹੈ। ਜਰ ਨਹੀਂ ਹੁੰਦਾ ਬੰਦੇ ਕੋਲੋਂ ਜੀ, ਜਰ ਨਹੀਂ ਹੁੰਦਾ। ਇਸ ਕਰਕੇ ਸੰਗਤ ਜੀ ਭਾਵੇਂ ਆਪਾਂ 1 ਘੰਟਾ ਹੀ ਕਥਾ ਸੁਣਦੇ ਆ ਨਾ, ਮਾਲਕ ਦੇ ਅੱਗੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਇਹ ਤੁਹਾਡੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਵਰਤਦਾ, ਜੇ ਸਾਨੂੰ ਹਉਮੈ ਨਾ ਆ ਜਾਵੇ ਤਾਂ ਅਸੀਂ ਸੁਣਦੇ ਹੀ ਰਹੀਏ ਮਹਾਰਾਜ। ਕਥਾ ਸੁਣਨ ਦੀ ਵੀ ਹਉਮੈ ਨਾ ਆ ਜਾਏ ਜੀ ਕਿਤੇ, ਬੜੀ ਮਾੜੀ ਤੇ ਬੜੀ ਚੰਦਰੀ ਹੈਗੀ ਹੈ। ਤੇ ਗੁਰੂ ਸਾਹਿਬ ਹੀ, ਗੁਰੂ ਗ੍ਰੰਥ ਸਾਹਿਬ ਹੀ ਬਚਾ ਸਕਦੇ। ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੱਚੇ ਪਾਤਸ਼ਾਹ ਬਚਾ ਸਕਦੇ। ਹਉਮੈ ਆ ਜਾਣੀ, ਮੈਂ ਜਪਦਾ, ਇਹ ਫੁਰਨਾ ਹੀ ਆ ਜਾਣਾ, ਖੇਡ ਵਿਗੜ ਜਾਂਦੀ ਹੈ ਜੀ। ਹੁਣ ਧਿਆਨ ਨਾਲ ਸੁਣਿਓ, ਜਹਾਂਗੀਰ ਆਪ ਕਹਿ ਰਿਹਾ ਇੰਨੀ ਵੱਡੀ ਸ਼ਕਤੀ, ਇੰਨਾ ਕੁਝ ਜਰਿਆ, ਗੁਰੂ ਅਰਜਨ ਸਾਹਿਬ ਨੂੰ ਹਉਮੈ ਨਹੀਂ ਹੈਗੀ ਕਹਿਣ ਲੱਗਾ। ਮਹਾਰਾਜ ਮੈਨੂੰ ਤੇ ਹੁਣ ਪਤਾ ਲੱਗਾ ਸਾਰੀ ਗੱਲ ਦਾ, ਸਾਈਂ ਮੀਆਂ ਮੀਰ ਜੀ ਦੇ ਦੱਸਣ ਤੇ ਪਤਾ ਲੱਗਾ ਜੀ। ਹਾਂਜੀ, ਕਰ ਚਾਰੀ ਮਤ ਮੋਰ ਬਿਗਾਰੀ। ਪਰ ਮਹਾਰਾਜ ਮੈਂ ਕੀ ਕਰਦਾ, ਚੰਦੂ ਨੇ ਚੁਗਲੀ ਲਾ ਲਾ ਕੇ ਤੇ ਮੇਰੀ ਮੱਤ ਵਿਗਾੜ ਦਿੱਤੀ ਸੀਗੀ ਜੀ। ਚਲੋ ਜਹਾਂਗੀਰ ਤੇ ਹੈ ਹੀ ਸਿਆਸੀ ਬੰਦਾ ਨਾ ਜੀ, ਤੇ ਇਹਦੇ ਤੇ ਆਪਾਂ ਕੀ ਕਹਿ ਸਕਦੇ ਹਾਂ। ਵੈਸੇ ਮੈਂ ਤੁਹਾਨੂੰ ਬੇਨਤੀ ਕਰਦਾ, ਦੁਨੀਆ ਵਿੱਚ ਬੜੇ ਬੜੇ ਚੰਗੇ ਬੰਦੇ ਜਦੋਂ ਕਿਸੇ ਚੁਗਲ ਕੋਲ ਬਹਿ ਜਾਣ ਉਹ ਵਿਗੜ ਜਾਣਗੇ ਜੀ, ਵਿਗਾੜ ਦਿੰਦੇ ਚ ਚੁਗਲੀ ਵਾਲੇ ਜੀ। ਮੈਂ ਖੁਦ ਵੇਖਿਆ, ਬੜਾ ਨੇਕ ਬੰਦਾ, ਬੜਾ ਚੰਗਾ ਬੰਦਾ, ਇੱਕ ਹੀ ਨਾਲ ਉਹੋ ਜਿਹਾ ਰਲ ਗਿਆ, ਉਹ ਵੀ ਉਹਦੇ ਵਰਗਾ ਹੀ ਹੋ ਗਿਆ ਜੀ। ਇਹਦੇ ਵਾਸਤੇ ਵੀ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਨੂੰ ਚੰਗੀ ਸੰਗਤ ਹੀ ਬਖਸ਼ੋ। ਜਹਾਂਗੀਰ ਕਹਿੰਦਾ ਮਹਾਰਾਜ ਮੈਂ ਕੀ ਕਰਦਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਮਹਾਰਾਜ ਚੰਦੂ ਨੇ ਚੁਗਲੀ ਕਰ ਕਰਕੇ ਤੇ ਮੇਰੀ ਮੱਤ ਵਿਗਾੜ ਦਿੱਤੀ ਸੀਗੀ। ਹਾਂਜੀ, ਟਿਗ ਹਕਾਰ ਨਹਿ ਸੁਧ ਸੰਭਾਰੀ। ਤੇ ਮਹਾਰਾਜ ਮੈਂ ਗੁਰੂ ਅਰਜਨ ਸਾਹਿਬ ਜੀ ਨੂੰ ਕੋਲ ਵੀ ਸੱਦਿਆ, ਗੁਰੂ ਜੀ ਦੇ ਦਰਸ਼ਨ ਵੀ ਕੀਤੇ, ਪਰ ਮੈਂ ਪਿੱਛੋਂ ਖਬਰ ਨਹੀਂ ਲਈ ਉਹਨਾਂ ਦੀ। ਹਾਂਜੀ, ਤਿੰਨ ਕੋ ਰੂਪ ਆਪ ਕੋ ਜਾਨਾ। ਪਰ ਹੁਣ ਮਹਾਰਾਜ ਉਹੋ ਹੀ ਗੁਰੂ ਅਰਜਨ ਦੇਵ ਜੀ ਦਾ ਸੋਹਣਾ ਰੂਪ ਮੈਂ ਤੁਹਾਨੂੰ ਜਾਣਦਾ, ਹੁਣ ਮੇਰੇ ਲਈ ਤੁਸੀਂ ਗੁਰੂ ਅਰਜਨ ਸਾਹਿਬ ਹੀ ਹੋ। ਹਾਂਜੀ, ਅਖਲ ਦੋਸ਼ ਬਖਸ਼ਾਵਨ ਠਾਨਾ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਮੇਰੇ ਰਾਜ ਚ ਗੁਰੂ ਅਰਜਨ ਦੇਵ ਸਾਹਿਬ ਨਾਲ ਬੇਅਦਬੀ ਹੋਈ ਹੈ, ਤੇ ਮੇਰੇ ਲਈ ਹੁਣ ਤੁਸੀਂ ਗੁਰੂ ਅਰਜਨ ਸਾਹਿਬ ਹੋ। ਮਹਾਰਾਜ ਕਿਰਪਾ ਕਰੋ ਤੇ ਮੈਂ ਆਪਣੀ ਭੁੱਲ ਬਖਸ਼ਾਉਣਾ ਚਾਹੁੰਦਾ, ਸਾਰੀਆਂ ਹੀ ਭੁੱਲਾਂ ਬਖਸ਼ਾਉਣੀਆਂ ਚਾਹੁੰਦਾ। ਚਲੋ ਆਪਾਂ ਇਹਦੇ ਅੰਦਰ ਬਾਰੇ ਨਹੀਂ ਕਹਿ ਸਕਦੇ, ਸੰਗਤ ਜੀ ਇਹ ਸਿਆਸਤ ਕਰਕੇ ਕਰ ਰਿਹਾ ਜਾਂ ਸੱਚੀ ਮੁੱਚੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿ ਰਿਹਾ, ਪਰ ਇਹਦੇ ਤੋਂ ਵੀ ਇੱਕ ਚੰਗਾ ਗੁਣ ਲਈਏ। ਉਹ ਕੀ, ਆਪਾਂ ਵੀ ਗੁਰੂ ਸਾਹਿਬ ਨੂੰ ਆਖੀਏ ਮਹਾਰਾਜ ਅਸੀਂ ਆਪਣੀਆਂ ਸਾਰੀਆਂ ਗਲਤੀਆਂ ਬਖਸ਼ਾਉਣੀਆਂ ਚਾਹੁੰਦੇ ਹਾਂ। ਬੜੀਆਂ ਗਲਤੀਆਂ ਸਾਡੀਆਂ, ਇੰਨੀਆਂ ਜ਼ਿਆਦਾ ਗਲਤੀਆਂ ਨੇ
ਸੰਗਤ ਜੀ ਪਾਰਾਵਾਰ ਹੀ ਨਹੀਂ, ਪਲ ਪਲ ਤੇ ਗਲਤੀਆਂ ਹੁੰਦੀਆਂ, ਪਲ ਪਲ ਤੇ। ਸਭ ਤੋਂ ਵੱਡੀ ਗਲਤੀ ਸਾਡੀ ਪਤਾ ਕੀ ਹੈ? ਸਾਨੂੰ ਨਾਮ ਦਾ ਚੇਤਾ ਭੁੱਲ ਜਾਂਦਾ ਜੀ। ਸਾਡੇ ਕੋਲ ਜਪ ਭਜਨ ਹੁੰਦਾ ਨਹੀਂ ਹੈ। ਜਿਸ ਕੰਮ ਵਾਸਤੇ ਸਾਨੂੰ ਜਨਮ ਮਿਲਿਆ ਉਹ ਕੰਮ ਨਹੀਂ ਹੋ ਰਿਹਾ, ਇਹ ਵੀ ਤੇ ਸਾਡੀ ਬੜੀ ਵੱਡੀ ਭੁੱਲ ਹੀ ਹੈਗੀ ਹੈ ਨਾ ਜੀ। ਜਹਾਂਗੀਰ ਕਹਿੰਦਾ ਸੱਚੇ ਪਾਤਸ਼ਾਹ ਮੈਂ ਆਪਣੀਆਂ ਸਾਰੀਆਂ ਹੀ ਭੁੱਲਾਂ ਬਖਸ਼ਾਉਣੀਆਂ ਚਾਹੁੰਦਾ ਤੁਹਾਡੇ ਕੋਲੋਂ। ਹਾਂਜੀ। ਦੁਰਬੁੱਧੀ ਮੈਂ ਦਇਓ ਗਹਾਏ। ਭੈੜੀ ਬੁੱਧੀ ਵਾਲਾ ਜਿਹੜਾ ਦੁਸ਼ਟ ਚੰਦੂ ਸੀਗਾ ਮਹਾਰਾਜ ਮੈਂ ਉਹ ਫੜਾ ਦਿੱਤਾ ਤੁਹਾਨੂੰ। ਹਾਂਜੀ। ਤੁਮਕੋ ਸਭ ਬਿਦ ਤੇ ਹਰ ਖਾਏ। ਤੇ ਤੁਹਾਨੂੰ ਖੁਸ਼ ਵੀ ਕੀਤਾ ਮਹਾਰਾਜ ਮੈਂ। ਹਾਂਜੀ। ਰਾਵਰ ਕੀ ਪ੍ਰਸੰਨਤਾ ਠਾਨੀ, ਮੈਂ ਨਿਰਦੋਸ਼ ਭਇਓ ਤਬ ਜਾਨੀ। ਮੇਰੇ ਕੋ ਗਲਤੀ ਹੋਈ ਹੈ ਪਰ ਇਸ ਸਮੇਂ ਮੈਂ ਨਿਰਦੋਸ਼ ਹਾਂ, ਮੈਂ ਆਪਣੀਆਂ ਭੁੱਲਾਂ ਮੰਨ ਲਈਆਂ ਮਹਾਰਾਜ, ਤੇ ਮੈਂ ਹੁਣ ਤੁਹਾਡੀ ਪ੍ਰਸੰਨਤਾ ਹੀ ਚਾਹੁੰਦਾ। ਕਿਉਂ? ਜਹਾਂਗੀਰ ਨੂੰ ਇਹ ਵੀ ਪਤਾ ਹੈ ਇਹ ਦਰਗਾਹ ਦੇ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ। ਇਹਨਾਂ ਨੇ ਕਿਹਾ ਸੀ ਦਰਗਾਹ 'ਚ ਜਾ ਕੇ ਗੱਲ ਕਰਾਂਗੇ ਤੇ ਦਰਗਾਹ 'ਚ ਮੈਨੂੰ ਧੂਣਗੇ ਵੀ ਬੜੀ ਬੁਰੀ ਤਰ੍ਹਾਂ। ਆਖੋ ਵਾਹਿਗੁਰੂ। ਇਸ ਕਰਕੇ ਜਹਾਂਗੀਰ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦਾ ਹੈ ਜੀ। ਹਾਂਜੀ। ਸਤਿਗੁਰ ਕਹਿਓ ਕਰਤ ਜਸ ਜੋਏ, ਹਾਂਜੀ। ਤਸ ਤਿਸ ਕੋ ਫਲ ਪ੍ਰਾਪਤ ਹੋਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਭਾਈ ਪਿਆਰਿਆ ਪੱਕਾ ਕੁਦਰਤ ਦਾ ਨਿਯਮ ਹੈ, ਜਿਹੋ ਕੋਈ ਬੰਦਾ ਕਰਮ ਕਰਦਾ ਉਹੋ ਜਿਹਾ ਉਹਨੂੰ ਫਲ ਮਿਲਦਾ ਹੀ ਮਿਲਦਾ। ਕਹਿਣ ਲੱਗੇ ਹਾਂਜੀ। ਤੁਮਨੇ ਕੁਛ ਗੁਰ ਦਰੋਹ ਨ ਧਰਿਓ, ਹਾਂਜੀ। ਕਹੇ ਦੁਸ਼ਟ ਕੇ ਜੋ ਕੁਛ ਕਰਿਓ। ਤੇ ਜੇ ਤੂੰ ਮਹਾਰਾਜ ਨੇ ਵਿੱਚ ਜੇ ਸ਼ਬਦ ਪਾਇਆ, ਤੁਮਨੇ ਕੁਛ ਗੁਰਦਰੋਹ ਨਾ ਧਰਿਓ, ਕਸ਼ਟ ਵਹ ਕਹੇ ਦੁਸ਼ਟ ਕੇ ਜੋ ਕੁਛ ਕਰਿਓ। ਜੇ ਤੂੰ ਵਾਕਈ ਹੀ ਮਹਾਰਾਜ ਕਹਿੰਦੇ ਗੁਰੂ ਸਾਹਿਬ ਦਾ ਦੋਖੀ ਨਹੀਂ ਸੀਗਾ ਤੇ ਚੰਦੂ ਦੇ ਕਹਿਣ ਤੇ ਹੀ ਸਾਰਾ ਕੁਝ ਕੀਤਾ। ਹਾਂਜੀ। ਪਸ਼ਚਾਤਾਪ ਕਹਿਓ ਪਸ਼ਚਾਤ। ਤੇ ਹੁਣ ਤੂੰ ਉਸ ਗੱਲ ਦਾ ਪਸ਼ਚਾਤਾਪ ਵੀ ਕਰਦਾ ਹੈ, ਉਸ ਗਲਤੀ ਨੂੰ ਮੰਨਦਾ ਵੀ ਹੈ। ਹਾਂਜੀ। ਜਾਂ ਤੇ ਗੁਰ ਬਖਸ਼ਿਓ ਸਭ ਭਾਂਤ। ਤੇ ਜਾਂ ਫਿਰ ਬਚਨ ਕਰਦੇ ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਨਾਲ ਤੈਨੂੰ ਬਖਸ਼ਣਗੇ। ਆਖੋ ਵਾਹਿਗੁਰੂ। ਪਸ਼ਚਾਤਾਪ ਦੀ ਅੱਗ ਵਿੱਚ ਵੱਡੇ ਵੱਡੇ ਪਾਪ ਪਿਆਰਿਓ ਸੜ ਜਾਂਦੇ ਹੈ। ਪਸ਼ਚਾਤਾਪ ਕਰੇ ਤੇ ਪਸ਼ਚਾਤਾਪ ਦਾ ਇਹ ਮਤਲਬ ਨਹੀਂ ਵੀ ਹੁਣ ਤੇ ਗਲਤੀ ਦੀ ਮੰਗ ਲਈ ਮਾਫੀ ਤੇ ਬਾਅਦ ਵਿੱਚ ਫਿਰ ਉਹੀ ਕੰਮ ਸ਼ੁਰੂ ਕਰ ਦੇਣਾ। ਨਹੀਂ, ਪਸ਼ਚਾਤਾਪ ਦਾ ਮਤਲਬ ਹੁਣ ਮੰਗੀ ਮਾਫੀ, ਅੱਗੋਂ ਲਈ ਤੌਬਾ ਕਰ ਦੇਣੀ ਜੀ। ਮਹਾਰਾਜ ਕਹਿੰਦੇ ਜੇ ਤੂੰ ਪਸ਼ਚਾਤਾਪ ਕਰਦਾ ਹੈ, ਕੀਤੇ ਪਾਪਾਂ ਦਾ ਪਸ਼ਚਾਤਾਪ ਕਰਦਾ ਹੈ ਤੇ ਭੁੱਲਾਂ ਦੀ ਮਾਫੀ ਮੰਗਦਾ ਹੈ, ਤੇ ਬਾਦਸ਼ਾਹ ਗੁਰੂ ਨਾਨਕ ਸਾਹਿਬ ਨੇ ਤੈਨੂੰ ਸਾਰੇ ਤਰੀਕਿਆਂ ਨਾਲ ਮਾਫ ਕੀਤਾ। ਕਹਿਣ ਲੱਗੇ ਏਡੇ ਵੱਡੇ ਤੇ ਸਤਿਗੁਰੂ। ਅੱਜ ਪਿਆਰਿਓ ਗੁਰੂ ਸਾਹਿਬ ਨੇ ਦਾ ਬਖਸ਼ਣ ਵਾਲੀ ਕਥਾ ਆਈ ਹੈ, ਬੜੇ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਜਹਾਂਗੀਰ ਤੋਂ ਵੱਡਾ ਪਾਪ ਤਾਂ ਕਿਸੇ ਨੇ ਨਹੀਂ ਨਾ ਕੀਤਾ ਜੀ, ਪਰ ਜਹਾਂਗੀਰ ਪਸ਼ਚਾਤਾਪ ਕਰਦਾ ਹੈ ਤੇ ਸਤਿਗੁਰੂ ਉਹਨੂੰ ਬਖਸ਼ਦੇ ਨੇ। ਚੰਦੂ ਨੇ ਪਸ਼ਚਾਤਾਪ ਨਹੀਂ ਸੀ ਕੀਤਾ ਜੀ, ਉਹ ਛਲ ਕਰਦਾ ਰਿਹਾ ਜੀ। ਜਦੋਂ ਬੰਦਾ ਛਲ ਤੇ ਛਲ ਕਰਦਾ, ਧੋਖੇ ਤੇ ਧੋਖਾ ਕਰਦਾ, ਸਮਝੋ ਇਸ ਤਰ੍ਹਾਂ ਜਿਵੇਂ ਅੱਗ 'ਚ ਆਪੇ ਹੀ ਘਿਓ ਪਾ ਰਿਹਾ ਜੀ, ਤੇ ਅੱਗ ਤੇ ਮੱਚਣੀ ਹੈ। ਤੇ ਜਦੋਂ ਬੰਦਾ ਕਰਦਾ ਨਾ ਪਸ਼ਚਾਤਾਪ ਤੇ ਮਨੋਂ ਸਤਿਗੁਰਾਂ ਕੋਲੋਂ ਮਾਫੀ ਮੰਗਦਾ, ਫਿਰ ਗੁਰੂ ਨਾਨਕ ਸਾਹਿਬ ਹਰ ਤਰ੍ਹਾਂ ਕਰਕੇ ਬੰਦੇ ਨੂੰ ਮਾਫ ਕਰ ਲੈਂਦੇ ਆ ਜੀ। ਜੇ ਜਹਾਂਗੀਰ ਨੂੰ ਮਹਾਰਾਜ ਨੇ ਕਿਹਾ ਵੀ ਜੇ ਤੂੰ ਵਾਕਈ ਉਹ ਚੰਦੂ ਦੇ ਕਹਿਣ ਤੇ ਹੀ ਸਾਰਾ ਕੁਝ ਕੀਤਾ ਹੈ ਔਰ ਚੰਦੂ ਦੇ ਕਹਿਣ ਤੇ ਤੂੰ ਸਭ ਕੁਝ ਕੀਤਾ ਤੇ ਹੁਣ ਪਸ਼ਚਾਤਾਪ ਕਰਦਾ, ਤੈਨੂੰ ਗੁਰੂ ਨਾਨਕ ਸਾਹਿਬ ਬਖਸ਼ਣਗੇ। ਪਿਆਰਿਓ ਆਪਾਂ ਵੀ ਸਤਿਗੁਰੂ ਜੀ ਦੇ ਕੋਲ ਅਰਦਾਸ ਕਰੀਏ, ਮਹਾਰਾਜ ਪਲ ਪਲ ਹਰ ਜੀਤੇ ਅੰਤਰ ਜਾ ਰਹੇ ਹੋ। ਮਹਾਰਾਜ ਸਾਡੇ ਕੋਲੋਂ ਤੇ ਪਲ ਪਲ ਤੇ ਭੁੱਲਾਂ ਹੁੰਦੀਆਂ, ਇੰਨੀਆਂ ਜ਼ਿਆਦੀਆਂ ਗਲਤੀਆਂ ਹੁੰਦੀਆਂ ਸਾਡੇ ਕੋਲੋਂ,
ਗਿਣੀਆਂ ਹੀ ਨਹੀਂ ਜਾ ਸਕਦੀਆਂ ਜੀ। ਤੇ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ, ਗੁਰੂ ਗ੍ਰੰਥ ਸਾਹਿਬ ਜੀ, ਇਹ ਗੱਲ ਮੈਂ ਉੱਤੋਂ ਉੱਤੋਂ ਨਾ ਆਖਾਂ, ਮੈਂ ਵੀ ਇਹ ਗੱਲ ਅੰਦਰੋਂ ਆਖਾਂ ਤੁਹਾਡੇ ਚਰਨਾਂ 'ਚ। ਤੇ ਮਹਾਰਾਜ ਮੈਂ ਗੁਰੂ ਗੁਰੂ ਕਰਿਆ ਕਰਾਂ, ਸਾਡਾ ਤੁਹਾਡੇ ਤੋਂ ਬਗੈਰ ਹੈ ਹੀ ਹੋਰ ਕੋਈ ਨਹੀਂ। ਸੱਚੇ ਪਾਤਸ਼ਾਹ ਬੜੀਆਂ ਭੁੱਲਾਂ ਕਰਦੇ ਆ, ਸਾਰੀਆਂ ਬਖਸ਼ ਲਓ ਸੱਚੇ ਪਾਤਸ਼ਾਹ। ਤੇ ਫਿਰ ਗੁਰੂ ਨਾਨਕ ਸਾਹਿਬ ਬਖਸ਼ਿਸ਼ ਵੀ ਕਰਦੇ ਆ। ਆਓ ਮਹਾਰਾਜ ਨੂੰ ਆਖੀਏ, ਸਾਰੇ ਬੇਨਤੀ ਕਰੀਏ ਜੀ, ਆਪਣੇ ਮਨ ਨੂੰ ਵੀ ਕਹੀਏ ਜੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਬਿਨਾ। ਸਤਿਗੁਰੂ ਬਖਸ਼ਦੇ ਆ ਜੀ, ਬਿਲਕੁਲ ਬਖਸ਼ਦੇ ਆ। ਹਾਂਜੀ। ਪ੍ਰਾਨ ਹਾਨ ਤਨ ਭਾਖਨ ਕਾਲੀ, ਸਿੱਖਨ ਦੀਨ ਸਜਾਏ ਬਿਸਾਲੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਫਿਰ ਤੈਨੂੰ ਬਖਸ਼ ਦਿੱਤਾ ਤੇ ਚੰਦੂ ਨੂੰ ਤੇ ਕੱਲ ਦਾ ਹੀ ਮਾਰ ਦਿੱਤਾ। ਮਹਾਰਾਜ ਕਹਿਣ ਲੱਗੇ ਗੁਰਸਿੱਖਾਂ ਨੇ ਮਾਰ ਮਾਰ ਕੇ ਹੀ ਉਹਦੇ ਸਿਰ 'ਚ ਦਿੱਤੀਆਂ, ਮਾਰ ਮਾਰ ਕੇ ਹੀ ਮਾਰ ਦਿੱਤਾ। ਮਹਾਰਾਜ ਕਹਿਣ ਲੱਗੇ ਉਹਨੂੰ ਤੇ ਸਜ਼ਾ ਮਿਲ ਗਈ। ਉਹ ਕਹਿਣ ਲੱਗੇ ਹਾਂਜੀ। ਸੁਨਤ ਸ਼ਾਹ ਕਹਿ ਆਛੋ ਭਇਓ, ਤੇ ਬਾਦਸ਼ਾਹ ਸੁਣ ਕੇ ਕਹਿਣ ਲੱਗਾ ਮਹਾਰਾਜ ਚੰਗਾ ਹੋਇਆ। ਹਾਂਜੀ। ਗੁਰ ਪਲਟਾ ਦੇ ਕਰ ਮਰ ਗਇਓ। ਸੱਚੇ ਪਾਤਸ਼ਾਹ ਬਹੁਤ ਚੰਗਾ ਹੋਇਆ, ਆਪ ਜੀ ਨੇ ਬਦਲਾ ਵੀ ਲੈ ਲਿਆ ਤੇ ਦੁਸ਼ਟ ਵੀ ਮਰ ਗਿਆ। ਹਾਂਜੀ। ਇਤਿਆਦਿਕ ਕਹਿ ਗੁਰੂ ਪ੍ਰਸੰਗ, ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਬਚਨ ਬਿਲਾਸ ਹੋਏ ਜੀ। ਹਾਂਜੀ। ਸੁਨ ਕਰ ਹਜਰਤ ਹਰਖਤ ਅੰਗ, ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਜੀ। ਫਿਰ ਜੀ ਗੱਜ ਕੇ ਆਖੋ ਵਾਹਿਗੁਰੂ। ਬਾਦਸ਼ਾਹ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ। ਕਿਤਕ ਸਮੈ ਬੈਠਿਓ ਪੁਨ ਗਇਓ। ਕੁਝ ਸਮਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੈਠਾ, ਫਿਰ ਚਲੇ ਗਿਆ। ਅਧਿਕ ਭਾਉ ਗੁਰ ਕੋ ਉਰ ਭਇਓ। ਤੇ ਸੰਗਤ ਜੀ ਲੰਮਾ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿਣ ਦਾ ਇਹਨੂੰ ਮਿਲਿਆ। ਜਹਾਂਗੀਰ ਸ਼ਰਧਾ ਵਾਲਾ ਹੋ ਗਿਆ ਜੀ, ਉਹਦੇ ਮਨ 'ਚ ਪ੍ਰੇਮ ਪੈਦਾ ਹੋ ਗਿਆ ਜੀ, ਡਰਨ ਲੱਗਾ ਜੀ ਉਹ ਫਿਰ। ਹਾਂਜੀ। ਸ੍ਰੀ ਹਰਿ ਗੋਬਿੰਦ ਰਹੇ ਲਾਹੌਰ, ਹਾਂਜੀ। ਕਿਤਕ ਕਾਲ ਬੀਤਿਓ ਪੁਨ ਔਰ। ਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਰਹੇ ਹੈ। ਕੁਝ ਸਮਾਂ ਸਤਿਗੁਰੂ ਜੀ ਉੱਥੇ ਰਹੇ। ਅੱਗੋਂ ਫਿਰ ਹੁਣ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦਿਨਾਂ ਵਿੱਚ ਸਰਵਣ ਕਰਾਂਗੇ। 2-4 ਮਿੰਟ ਰਹਿ ਗਏ ਹੈ। ਜਿੰਨੇ ਤੁਸੀਂ ਬੈਠੇ ਹੋ ਆਓ ਆਪਾਂ ਸਿਮਰਨ ਦੇ ਵਿੱਚ ਧਿਆਨ ਜੋੜੀਏ। ਤੇ ਮੇਰੀ ਬੇਨਤੀ ਹੈ ਆਪਾਂ ਕੋਈ ਆਪਣੀ ਅਵਸਥਾ ਨਹੀਂ ਵਿਖਾਉਣੀ ਵੀ ਅਸੀਂ ਬੜੇ ਜੁੜੇ ਹਾਂ, ਨਹੀਂ, ਆਪਣੇ ਆਪ ਦੀਆਂ ਭੁੱਲਾਂ ਨੂੰ ਬਖਸ਼ਾਉਣ ਵਾਸਤੇ ਸਿਮਰਨ ਕਰਨਾ ਹੈ ਜੀ। ਮੈਂ ਇੱਕ ਗੁਰਮੁਖਾਂ ਨੂੰ ਸੁਣ ਰਿਹਾ ਸਾਂ, ਉਹ ਕਹਿੰਦੇ ਸੀ ਭਾਈ ਤੁਸੀਂ ਪਾਠ ਕਰਦੇ ਹੋ ਨਾ, ਅਵਸਥਾ ਵਾਸਤੇ ਨਾ ਕਰਿਓ, ਇਹੋ ਹੀ ਮਨ 'ਚ ਭਾਵ ਰੱਖਿਓ ਵੀ ਮਹਾਰਾਜ ਸਾਨੂੰ ਬਖਸ਼ ਲਓ, ਮਹਾਰਾਜ ਸਾਨੂੰ ਬਖਸ਼ ਲਓ। ਸਾਡੇ ਕੋਲੋਂ ਬੜੀਆਂ ਭੁੱਲਾਂ ਹੁੰਦੀਆਂ ਤੇ ਹੋ ਰਹੀਆਂ ਨੇ ਜੀ। ਆਓ ਪਿਆਰ ਨਾਲ ਸਾਰੀ ਸੰਗਤ ਗੁਰ ਮੰਤਰ 'ਚ ਸੁਰਤੀਆਂ ਜੋੜੀਏ।
ਪਿਆਰ ਨਾਲ ਸਾਰੇ ਉਚਾਰਨ ਕਰੋ, ਵਾਹਿਗੁਰੂ। ਗੱਜ ਕੇ ਵਾਹਿਗੁਰੂ, 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 ਵਾਹਿਗੁਰੂ। ਜੁੜ ਕੇ ਵਾਹਿਗੁਰੂ, 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 ਵਾਹਿਗੁਰੂ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਨਾਮ ਬਾਣੀ ਭਜਨ ਬੰਦਗੀ ਸੇਵਾ ਸਿਮਰਨ ਸ਼ੁਭ ਗੁਣਾਂ ਦੀ ਦਾਤ ਗੁਰੂ ਜੀ ਬਖਸ਼ਿਸ਼ ਕਰਨ। ਅਸੀਂ ਭੁੱਲਣਹਾਰ ਹਾਂ, ਜੀਵ ਭੁੱਲਣਹਾਰ ਹੈ, ਬਹੁਤ ਗਲਤੀਆਂ ਕਰਦਾ ਹੈ ਜੀ। ਸਾਡੇ ਕੋਲੋਂ ਬਹੁਤ ਹੀ ਗਲਤੀਆਂ ਹੁੰਦੀਆਂ, ਬਹੁਤ ਹੀ ਗਲਤੀਆਂ ਹੁੰਦੀਆਂ।
ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬਖਸ਼ਿਸ਼ ਦੇ ਘਰ ਚ ਆਏ ਤੇ ਜਹਾਂਗੀਰ ਵਰਗੇ ਨੂੰ ਵੀ ਬਖਸ਼ ਦਿੱਤਾ ਜੀ। ਹਾਂਜੀ, ਤੇ ਮਹਾਰਾਜ ਸਾਨੂੰ ਕਿਉਂ ਨਹੀਂ ਬਖਸ਼ਣਗੇ ਜੀ। ਅਰਦਾਸ ਕਰਿਆ ਕਰੀਏ। ਲੇਖਕਤ ਹੈ ਨਾ ਛੋਟੀਐ ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲੈਹੋ ਹਉ ਪਾਪੀ ਵੱਡ ਗੁਣਹਗਾਰ। ਹਰ ਕਿਰਪਾ ਕਰਕੇ ਬਖਸ਼ ਲੈਹੋ ਹਉ ਪਾਪੀ ਵੱਡ ਗੁਣਹਗਾਰ। ਸੱਚੇ ਪਾਤਸ਼ਾਹ ਮਿਹਰ ਕਰਨ। ਅੱਗੋਂ ਜੋ ਪ੍ਰਸੰਗ ਹੈ ਕੱਲ ਨੂੰ ਸਰਵਣ ਕਰਾਂਗੇ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।